ਕੈਪਟਨ ਸਾਹਿਬ ਤੁਸੀਂ ਖੁਦ ਇੰਡੀਅਨ ਆਰਮੀ 'ਚ ਸਰਵਿਸ ਕੀਤੀ ਉਸੇ ਟਾਈਮ ਤੁਸੀਂ ਤੈਅ ਕਰ ਲਿਆ ਸੀ ਕਿ ਤੁਹਾਡੇ ਵੀ ਦੋ ਬੇਟੇ ਨੇ ਹਰਮਿੰਦਰਪਾਲ ਰਵਿੰਦਰਪਾਲ ਵੀ ਇਹਨਾਂ ਨੂੰ ਵੀ ਆਰਮੀ 'ਚ ਹੀ ਲੈ ਕੇ ਜਾਣਾ ਹੈ? ਕਦੋਂ ਤੈਅ ਕੀਤਾ ਸੀ? ਹਰਮਿੰਦਰਪਾਲ ਸਿੰਘ ਪੈਦਾ ਹੋਇਆ ਜੀ ਮੇਰਾ ਉਸ ਦਿਨ ਤੋਂ ਮਨ ਬਣ ਗਿਆ ਕਿ ਮੈਂ ਆਪਣੇ ਬੇਟੇ ਨੂੰ ਫੌਜ ਵਿੱਚ ਭੇਜਾਂਗਾ। ਕੈਪਟਨ ਹਰਪਾਲ ਸਿੰਘ ਦੇ ਸਪੁੱਤਰ ਮੇਜਰ ਹਰਮਿੰਦਰਪਾਲ ਸਿੰਘ 13 ਅਪ੍ਰੈਲ 1999 ਦਾ ਉਹ ਦਿਹਾੜਾ ਸੀ ਜਦੋਂ ਬਾਰਾਮੂਲਾ ਵਿਖੇ ਸ਼ਹੀਦ ਹੋ ਗਏ ਸੀ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਮੇਰਾ ਪੋਤਾ 3 ਮਹੀਨੇ ਦਾ ਸੀਗਾ ਤੇ ਮੈਂ ਉਸ ਵੇਲੇ ਹੀ ਫਿਰ ਮਨ ਬਣਾ ਲਿਆ ਕਿ ਮੈਂ ਆਪਣੇ ਪੋਤੇ ਨੂੰ ਵੀ ਫੌਜ ਵਿੱਚ ਭੇਜਾਂਗਾ। ਉਹਨੇ ਮੇਰਾ ਸੁਪਨਾ 9 ਸਤੰਬਰ 2023 ਨੂੰ ਪੂਰਾ ਕੀਤਾ ਜਦ ਉਹਨਾਂ ਨੂੰ ਕਮਿਸ਼ਨ ਮਿਲਿਆ। ਮਾਂ ਨੇ ਇਤਰਾਜ਼ ਨਹੀਂ ਕੀਤਾ ਸੀ ਕਿ ਮੈਂ ਘਰ ਵਾਲਾ ਸ਼ਹੀਦ ਹੋ ਚੁੱਕਾ ਹੈ, ਮੁੰਡੇ ਨੂੰ ਮੈਂ ਉਸ ਰਸਤੇ ਨਹੀਂ ਤੋਰਨਾ? ਥੋੜਾ ਜਿਹਾ ਇਹਨਾਂ ਦੀ ਮਦਰ ਨੇ ਰਜਿਸਟ ਕਰਿਆ ਵੀ ਮੈਂ ਨਹੀਂ ਭੇਜਣਾ, ਪਰ ਫਿਰ ਉਹਨਾਂ ਨੂੰ ਮੋਟੀਵੇਟ ਕਰਿਆ ਤੇ ਫਿਰ ਅਸੀਂ ਆਪਣੇ ਉਸ ਮਿਸ਼ਨ ਦੇ ਵਿੱਚ ਕਾਮਯਾਬ। ਤੀਸਰੀ ਪੀੜ੍ਹੀ ਵੀ ਉਸ ਲਾਈਨ ਤੇ ਹੈਗੀ ਹੈ, ਕਿੱਦਾਂ ਮਹਿਸੂਸ ਕਰਦੇ ਹੋ? ਮੈਨੂੰ ਬੜੀ ਖੁਸ਼ੀ ਹੈਗੀ ਆ, ਮੈਂ ਬੜੇ ਉਹਦੇ ਨਾਲ ਮਾਣ ਨਾਲ ਮੇਰੀ ਰਿਕੋਗਨੀਸ਼ਨ ਸਮਾਜ ਦੇ ਵਿੱਚ ਹੈਗੀ ਹੈ ਤੇ ਮੈਂ ਬੜਾ ਮਾਣ ਫੀਲ ਕਰਦਾ ਹੈਗਾ ਵੀ ਮੈਂ ਇਸ ਤਰ੍ਹਾਂ ਦਾ ਮੈਂ ਆਪਣੇ ਔਲਾਦ ਨੂੰ ਦੇਸ਼ ਦੀ ਸੇਵਾ ਦੇ ਲਈ ਭੇਜਿਆ ਹੈ। ਟੈਨਸ਼ਨ ਦੇ ਵਿੱਚ ਤਣਾਅ 'ਚ ਰਹਿ ਕੇ ਕਹਿੰਦੇ ਨੇ ਕਿ ਸਾਨੂੰ ਸਹੂਲਤਾਂ ਨਹੀਂ ਮਿਲਦੀਆਂ, ਚੀਜ਼ਾਂ ਨਹੀਂ ਮਿਲਦੀਆਂ, ਫੰਡਸ ਦੀ ਸਾਡੇ ਕੋਲ ਕਮੀ ਹੈ, ਲੇਟੈਸਟ ਐਮਿਊਸ਼ਨ ਨਹੀਂ ਹੈ। ਇੱਦਾਂ ਦੇਖ ਕੇ ਕਦੀ ਮਾਈਨਸ ਵੱਲ ਨਹੀਂ ਜਾਂਦੇ ਸੀ ਯਾਰ ਕਿ ਇੰਡੀਅਨ ਆਰਮੀ ਦਾ ਵੀ ਇਹ ਹਾਲ ਹੈ ਔਰ ਜਦ ਕਿ ਸਾਰੀ ਜ਼ਿੰਮੇਵਾਰੀ ਨੇ ਤੇ ਦੇਸ਼ ਨੂੰ ਚਲਾਉਣ ਦੀ? ज़्यादा ही टाइम ते सीगी ते जो होना बहुत एडवांसमेंट है। सिमिलरली जो मेरे फादर टाइम ते सी ਉਹਦੇ ਨਾਲੋਂ ਵੀ ਹੁਣ ਕਾਫੀ ਜ਼ਿਆਦਾ ਐਡਵਾਂਸਡ ਹੈ। ਬਿਲਕੁਲ ਠੀਕ। ਫੈਸਿਲਿਟੀਜ਼ ਜੋ ਹੋਣਾ ਉਹ ਪਹਿਲਾਂ ਨਾਲੋਂ ਤਾਂ ਬਹੁਤ ਬੈਟਰ ਹੈ। ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਬੀਟੈਕ ਦੀ ਡਿਗਰੀ ਕੀਤੀ ਜੀ, ਬੜੇ ਅੱਛੇ ਨੰਬਰਾਂ 'ਚ ਪਾਸ ਆ। ਇਹ ਉਧਰ ਵੀ ਜਾ ਸਕਦਾ ਸੀਗਾ ਸਿਵਲ ਲਾਈਨ ਦੇ ਵਿੱਚ, ਪਰ ਇਹਨੇ ਇੱਧਰ ਜਾਣਾ ਪਸੰਦ ਕੀਤਾ ਤੇ ਇਹਨਾਂ ਦੇ ਫਾਦਰ ਨੂੰ ਭਾਰਤ ਸਰਕਾਰ ਨੇ ਸ਼ੌਰੀਆ ਚੱਕਰਾਂ ਦੇ ਨਾਲ ਉਹਨਾਂ ਦੀ ਬਹਾਦਰੀ ਦਾ ਸਨਮਾਨ ਕੀਤਾ। ਜਿਸ ਦਿਨ ਕ੍ਰਿਮੇਸ਼ਨ ਹੋ ਰਹੀ ਸੀ ਮੇਜਰ ਆਸ਼ੀਸ਼ ਦੀ ਹਰਿਆਣੇ ਪਾਣੀਪਤ ਵਿਖੇ, ਉਹਨਾਂ ਦੀ ਸਿਸਟਰ ਕਹਿ ਰਹੀ ਸੀ, ਕਹਿੰਦੀ ਸ਼ਹੀਦਾਂ ਨੂੰ ਸਿਰਫ 2 ਦਿਨ ਹੀ ਯਾਦ ਰੱਖਿਆ ਜਾਂਦਾ ਹੈ, ਜਿਸ ਦਿਨ ਇਹਨਾਂ ਦੀ ਡੈੱਡ ਬੋਡੀ ਘਰ ਪਹੁੰਚਦੀ ਹੈ ਤੇ ਜਿਸ ਦਿਨ ਉਹਨਾਂ ਦੀ ਕ੍ਰਿਮੇਸ਼ਨ ਹੋ ਜਾਂਦੀ ਹੈ। ਉਸ ਤੋਂ ਬਾਅਦ ਕੋਈ ਯਾਦ ਨਹੀਂ ਰੱਖਦਾ ਤੇ ਕਹਿੰਦੀ ਪਰਿਵਾਰ ਹੀ ਸਿਰਫ ਹੁੰਦਾ ਜਿਹੜਾ ਪਿੱਛੇ ਰੋਂਦਾ ਰਹਿ ਜਾਂਦਾ ਹੈ। ਇਹ ਬਿਲਕੁਲ ਸਹੀ ਗੱਲ ਹੈ ਜੀ। ਇਹ ਬਿਲਕੁਲ ਜੋ ਬੱਚੀ ਨੇ ਕਹੀ ਆ ਬਿਲਕੁਲ ਸਹੀ ਗੱਲ ਕਹੀ ਹੈ, ਇਹ 'ਚ ਕੋਈ ਝੂਠ ਨਹੀਂ। ਸੋ ਕੈਪਟਨ ਸਾਹਿਬ ਭਾਈ, ਜਿੱਥੋਂ ਤੁਸੀਂ ਟ੍ਰੇਨਿੰਗ ਲਈ ਸੀ ਉੱਥੋਂ ਹੀ ਮੇਜਰ ਹਰਮਿੰਦਰਪਾਲ ਜੀ ਨੇ ਟ੍ਰੇਨਿੰਗ ਲਈ, ਉੱਥੋਂ ਹੀ ਨਵਤੇਸ਼ਵਰ ਨੇ ਲਈ। ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਉਹ ਬਹੁਤ ਵਧੀਆ ਰਿਹਾ। ਮੈਂ ਸਾਲ 63 ਦੇ ਵਿੱਚ ਮੈਨੂੰ ਕਮਿਸ਼ਨ ਮਿਲਿਆ। ਮੈਂ ਮਨਰਵਾ ਅਕੈਡਮੀ ਤੋਂ ਟ੍ਰੇਨਿੰਗ ਲਈ ਤੇ ਉਸ ਵੇਲੇ ਕਰਨਲ ਦਿਓਲ ਹੁੰਦੇ ਸੀ, ਜਿਹੜੀ ਆਪਣੀ ਦਾਊ ਪਿੰਡ ਵਾਲੀ ਹੈ। ਹਾਂਜੀ, ਸੈਕਟਰ 3 ਦੇ ਵਿੱਚ ਹੁੰਦੀ ਸੀਗੀ। ਉੱਥੋਂ ਮੈਂ ਟ੍ਰੇਨਿੰਗ ਲਈ ਤੇ ਆਈ ਵਾਸ ਸਿਲੈਕਟਡ। ਉਸ ਤੋਂ ਬਾਅਦ ਮੇਰੇ ਲੜਕੇ ਮੇਜਰ ਹਰਮਿੰਦਰਪਾਲ ਸਿੰਘ ਨੇ ਵੀ ਮਨਰਵਾ ਅਕੈਡਮੀ ਤੋਂ ਟ੍ਰੇਨਿੰਗ ਲਈ, ਉਹ ਸਿਲੈਕਟ ਹੋਏ। ਉਸ ਤੋਂ ਬਾਅਦ ਮੇਰੇ ਪੋਤੇ ਨਵਤੇਸ਼ਵਰ ਸਿੰਘ ਨੇ ਵੀ ਉੱਥੋਂ ਟ੍ਰੇਨਿੰਗ ਲਈ ਤੇ ਮਿਸਿਸ ਦਿਓਲ, ਰੂਪਨ ਦਿਓਲ ਬਜਾਜ ਨੇ, ਉਹਨਾਂ ਨੇ ਮੇਰੇ ਬੱਚੇ ਨੂੰ ਇੰਨੀ ਵਧੀਆ ਸ਼ਰਧਾਂਜਲੀ ਦਿੱਤੀ ਕਿ ਨਵਤੇਸ਼ਵਰ ਸਿੰਘ ਤੋਂ ਅਸੀਂ ਪਹਿਲਾਂ ਫੀਸ ਦੇ ਦਿੱਤੀ ਸੀ, ਉਹਨਾਂ ਨੇ ਸਾਰੀ ਫੀਸ ਵਾਪਸ ਕਰਕੇ ਇਹਨੂੰ ਬਿਲਕੁਲ ਮੁਫਤ ਪੜ੍ਹਾਇਆ। ਕੌਮ ਦੀ ਖਾਤਰ ਸਾਡੇ ਲਹੂ ਦਾ ਕਤਰਾ ਕਤਰਾ ਬਹਿ ਜਾਏਗਾ, ਮਰ ਜਾਵਾਂਗੇ ਤਾਂ ਕੀ ਹੋਇਆ, ਦੇਸ਼ ਤਾਂ ਜਿੰਦਾ ਰਹਿ ਜਾਏਗਾ। ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ। ਦੁਨੀਆ ਭਰ ਤੋਂ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹ ਸਮਝ ਗਏ ਹੋਣਗੇ ਕਿ ਮੈਂ ਕਿਹਨਾਂ ਦੀ ਗੱਲ ਅੱਜ ਕਰਨ ਜਾ ਰਿਹਾ। ਮੈਂ ਗੱਲ ਕਰਨ ਜਾ ਰਿਹਾ ਸਾਡੀ ਦੇਸ਼ ਦੀ ਸਰਹੱਦਾਂ ਦੇ ਪਹਿਰੇਦਾਰਾਂ ਦੀ, ਰਾਖਿਆਂ ਦੀ। ਕੋਈ ਪਿਓ ਆਪਣੇ ਪੁੱਤਰ ਨੂੰ ਸਰਹੱਦ 'ਤੇ ਸ਼ਹੀਦ ਹੁੰਦਾ ਆਪਣੇ ਅੱਖੀਂ ਦੇਖੇ, ਚੰਗਾ ਨਹੀਂ ਹੁੰਦਾ ਕਿ ਪਿਓ ਪੁੱਤਰ ਦੀ ਲਾਸ਼ ਨੂੰ ਆਪਣੇ ਮੋਢੇ 'ਤੇ ਲੈ ਕੇ ਜਾਵੇ ਤੇ ਉਹਨੂੰ
ਅਹਿਸਾਸ ਹੋਵੇ ਕਿ ਸ਼ਾਇਦ ਮੇਰਾ ਇੱਕ ਮੋਢਾ ਨਹੀਂ ਰਿਹਾ, ਪਰ ਇਸ ਦੇ ਬਾਵਜੂਦ ਉਹ ਆਪਣੀ ਤੀਸਰੀ ਪੀੜ੍ਹੀ ਨੂੰ ਵੀ ਪਿਓ ਵਾਲੇ ਰਸਤੇ 'ਤੇ ਤੋਰੇ ਜਿਸ 'ਤੇ ਉਹ ਆਪ ਚੱਲਿਆ ਸੀ, ਆਪਣੇ ਪੁੱਤਰ ਨੂੰ ਚਲਾਇਆ ਸੀ ਅਤੇ ਆਪਣੇ ਪੋਤੇ ਨੂੰ ਵੀ ਉਸੇ ਰਸਤੇ ਚਲਾਵੇ। ਮੈਂ ਗੱਲ ਕਰ ਰਿਹਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦਾ ਨਾਮ ਦੁਨੀਆ ਭਰ ਦੇ ਵਿੱਚ ਫਖਰ ਨਾਲ ਚਮਕਾਉਣ ਵਾਲੇ ਕੈਪਟਨ ਹਰਪਾਲ ਸਿੰਘ ਦੇ ਪਰਿਵਾਰ ਦੀ। ਕੈਪਟਨ ਹਰਪਾਲ ਸਿੰਘ ਦੇ ਸਪੁੱਤਰ ਮੇਜਰ ਹਰਮਿੰਦਰਪਾਲ ਸਿੰਘ 13 ਅਪ੍ਰੈਲ 1999 ਦਾ ਉਹ ਦਿਹਾੜਾ ਸੀ ਜਦੋਂ ਬਾਰਾਮੂਲਾ ਵਿਖੇ ਸ਼ਹੀਦ ਹੋ ਗਏ ਸਨ। ਅੱਜ ਉਹਨਾਂ ਦਾ ਪੁੱਤਰ ਨਵਤੇਸ਼ਵਰ ਸਿੰਘ ਵੀ ਪਿਓ ਦੇ ਰਸਤੇ 'ਤੇ ਚੱਲਦੇ ਹੋਏ ਬੜੀ ਛੇਤੀ ਤੁਹਾਨੂੰ ਦੇਸ਼ ਦੀਆਂ ਸਰਹੱਦਾਂ 'ਤੇ ਰਾਖੀ ਕਰਦਾ ਨਜ਼ਰ ਆਏਗਾ। ਸੋ ਦਾਦੇ ਪੋਤੇ ਦੀ ਇਹ ਜੋੜੀ ਮੇਰੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਕੈਪਟਨ ਸਾਹਿਬ ਜੀ, ਤੁਸੀਂ ਖੁਦ ਇੰਡੀਅਨ ਆਰਮੀ 'ਚ ਸਰਵਿਸ ਕੀਤੀ, ਉਸੇ ਟਾਈਮ ਤੁਸੀਂ ਤੈਅ ਕਰ ਲਿਆ ਸੀ ਕਿ ਤੁਹਾਡੇ ਵੀ ਦੋ ਬੇਟੇ ਨੇ ਹਰਮਿੰਦਰਪਾਲ ਰਵਿੰਦਰਪਾਲ ਵੀ, ਇਹਨਾਂ ਨੂੰ ਵੀ ਆਰਮੀ 'ਚ ਹੀ ਲੈ ਕੇ ਜਾਣਾ ਹੈ? ਕਦੋਂ ਤੈਅ ਕੀਤਾ ਸੀ? ਜਦੋਂ ਮੇਰਾ ਬੇਟਾ ਹਰਮਿੰਦਰਪਾਲ ਸਿੰਘ ਪੈਦਾ ਹੋਇਆ ਜੀ, ਮੇਰਾ ਉਸ ਦਿਨ ਤੋਂ ਮਨ ਬਣ ਗਿਆ ਕਿ ਮੈਂ ਆਪਣੇ ਬੇਟੇ ਨੂੰ ਫੌਜ ਵਿੱਚ ਭੇਜਾਂਗਾ ਜੀ। ਤੇ ਅਸੀਂ ਉਸ ਵੇਲੇ ਜਦੋਂ ਅਸੀਂ ਪਿੰਡ ਮੂੜੀ ਖਰੜ, ਮੇਰਾ ਜੱਦੀ ਪਿੰਡ ਹੈਗਾ, ਅਸੀਂ ਉੱਥੇ ਰਹਿੰਦੇ ਸੀ। ਬੱਚੇ ਨੂੰ ਮੈਂ ਚੰਗੇ ਸਕੂਲ 'ਚ ਪੜ੍ਹਾਇਆ ਅਤੇ ਉਹਨੇ MA ਕੀਤੀ ਗਵਰਨਮੈਂਟ ਕਾਲਜ ਮੋਹਾਲੀ ਤੋਂ, ਅਤੇ MA ਕੀਤੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ। ਅਤੇ ਉਹਨਾਂ ਨੂੰ ਮੈਂ NCC ਵੀ ਦਵਾਈ, ਉਹਨੇ NCC ਸਰਟੀਫਿਕੇਟ ਵੀ ਹਾਸਲ ਕੀਤਾ ਜੀ। ਉਹਨਾਂ ਨੇ ਫਿਰ CDSE ਦਾ ਐਗਜ਼ਾਮ ਦਿੱਤਾ, ਉਹਦੇ 'ਚ ਉਹ ਪਾਸ ਹੋ ਕੇ ਐਜ਼ ਏ ਲੈਫਟੀਨੈਂਟ ਸਿਲੈਕਟ ਹੋਏ ਅਤੇ ਫਿਰ ਉਹ ਸੰਨ 92 ਦੇ ਵਿੱਚ ਉਹਨਾਂ ਨੂੰ ਕਮਿਸ਼ਨ ਮਿਲਿਆ ਚੇਨਈ ਤੋਂ ਜੀ। ਅਤੇ ਉਹਨਾਂ ਦੇ ਸ਼ਹਾਦਤ ਤੋਂ ਬਾਅਦ ਜਦੋਂ ਮੇਰਾ ਪੋਤਾ 3 ਕੁ ਮਹੀਨੇ ਦਾ ਸੀਗਾ ਅਤੇ ਮੈਂ ਉਸ ਵੇਲੇ ਹੀ ਫਿਰ ਮਨ ਬਣਾ ਲਿਆ ਕਿ ਮੈਂ ਆਪਣੇ ਪੋਤੇ ਨੂੰ ਵੀ ਫੌਜ ਵਿੱਚ ਭੇਜਾਂਗਾ। ਉਹਨੇ ਮੇਰਾ ਸੁਪਨਾ 9 ਸਤੰਬਰ 2023 ਨੂੰ ਪੂਰਾ ਕੀਤਾ ਜਦ ਉਹਨਾਂ ਨੂੰ ਕਮਿਸ਼ਨ ਮਿਲਿਆ। ਬਿਲਕੁਲ ਠੀਕ ਹੈ। ਸੋ ਜਦੋਂ ਬੇਟਾ ਤੁਹਾਡਾ ਹਰਮਿੰਦਰਪਾਲ, ਅਸੀਂ ਤਾਂ ਲੋਕਲ ਸ਼ਹਿਰ ਦੇ ਹੀ ਹੈਗੇ ਹਾਂ, ਪਿੰਟੂ ਭਾਈ ਦੇ ਨਾਂ ਨਾਲ ਜਾਣਦੇ ਸੀ ਅਸੀਂ ਉਹਨਾਂ ਨੂੰ, ਕਾਲਜ ਵੀ ਪੜ੍ਹਦੇ ਹੁੰਦੇ ਸੀ ਉਹ। ਪਿੰਟੂ ਭਾਜੀ ਜਦੋਂ ਸ਼ਹੀਦ ਹੋ ਗਏ ਸੀ, ਸ਼ਹਾਦਤ ਦਾ ਜਮਾਮ ਉਹਨਾਂ ਨੇ ਪੀ ਲਿਆ ਸੀ J&K ਜੰਮੂ ਕਸ਼ਮੀਰ ਵਿਖੇ, ਤਾਂ ਤੁਹਾਡੇ ਮਨ 'ਚ ਤੁਸੀਂ ਕਿਹਾ ਵੀ ਜਦੋਂ ਪੈਦਾ ਹੋਇਆ ਮੈਂ ਉਦੋਂ ਹੀ ਤੈਅ ਕਰ ਲਿਆ ਸੀਗਾ। ਪੋਤਾ ਤੁਹਾਡਾ ਸਿਰਫ 90 ਦਿਨ ਦਾ ਸੀਗਾ, 3 ਮਹੀਨੇ ਉਮਰ ਸੀਗੀ ਉਹਦੀ, 90 ਦਿਨ ਉਮਰ ਸੀ। ਮਾਂ ਨੇ ਇਤਰਾਜ਼ ਨਹੀਂ ਕੀਤਾ ਸੀ ਕਿ ਮੈਂ ਘਰ ਵਾਲਾ ਸ਼ਹੀਦ ਹੋ ਚੁੱਕਾ, ਮੁੰਡੇ ਨੂੰ ਮੈਂ ਉਸ ਰਸਤੇ ਨਹੀਂ ਤੋਰਨਾ? ਕੁਛ ਥੋੜ੍ਹਾ ਜਿਹਾ ਇਹਨਾਂ ਦੀ ਮਦਰ ਨੇ ਰਜਿਸਟ ਕਰਿਆ ਵੀ ਮੈਂ ਨਹੀਂ ਭੇਜਣਾ, ਪਰ ਫਿਰ ਉਹਨਾਂ ਨੂੰ ਮੋਟੀਵੇਟ ਕਰਿਆ ਅਤੇ ਫਿਰ ਅਸੀਂ ਆਪਣੇ ਉਸ ਮਿਸ਼ਨ ਦੇ ਵਿੱਚ ਕਾਮਯਾਬ ਹੋਏ। ਅਤੇ ਉਹ ਵੀ ਉਹਨਾਂ ਨੇ ਵੀ ਹਾਮੀ ਭਰਤੀ ਵੀ ਠੀਕ ਹੈ, ਕੋਈ ਗੱਲ ਨਹੀਂ ਜੀ, ਵੀ ਫੌਜ 'ਚ ਜਾਵੇ, ਕੋਈ ਗੱਲ ਨਹੀਂ ਹੈਗੀ। ਠੀਕ ਹੈ, ਪਰ ਕਿਤੇ ਨਾ ਕਿਤੇ ਅੱਛਾ ਤੁਹਾਡੀ ਖੁਦ ਦੀ ਬੈਕਗਰਾਊਂਡ, ਤੁਹਾਡੇ ਪਿਤਾ ਜੀ ਡਿਫੈਂਸ 'ਚ ਨਹੀਂ ਸੀਗੇ, ਤੁਹਾਡੀ ਕੋਈ ਇੱਦਾਂ ਦੀ ਫੈਮਿਲੀ ਬੈਕਗਰਾਊਂਡ ਨਹੀਂ ਸੀ? ਫੈਮਿਲੀ ਬੈਕਗਰਾਊਂਡ ਨਹੀਂ ਸੀ ਜੀ। ਫਿਰ ਹੁਣ ਤੀਸਰੀ ਪੀੜ੍ਹੀ ਵੀ ਉਸੇ ਲਾਈਨ 'ਤੇ ਹੈਗੀ ਹੈ, ਕਿੱਦਾਂ ਮਹਿਸੂਸ ਕਰਦੇ ਹੋ? ਮੈਨੂੰ ਬੜੀ ਖੁਸ਼ੀ ਹੈਗੀ ਆ, ਮੈਂ ਬੜੇ ਉਹਦੇ ਨਾਲ ਮਾਣ ਨਾਲ, ਮੇਰੀ ਰਿਕੋਗਨੀਸ਼ਨ ਸਮਾਜ ਦੇ ਵਿੱਚ ਹੈਗੀ ਹੈ ਅਤੇ ਮੈਂ ਬੜਾ ਮਾਣ ਫੀਲ ਕਰਦਾ ਹੈਗਾ ਵੀ ਮੈਂ ਇਸ ਤਰ੍ਹਾਂ ਦਾ ਮੈਂ ਆਪਣੇ ਔਲਾਦ ਨੂੰ ਦੇਸ਼ ਦੀ ਸੇਵਾ ਦੇ ਲਈ ਭੇਜਿਆ ਹੈ। ਸੋ ਨਵਤੇਸ਼ਵਰ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਵੇਂ ਦਾਦਾ ਜੀ ਵੀ ਦੱਸ ਰਹੇ ਸੀਗੇ, ਅਸੀਂ ਵੀ ਦੇਖਿਆ ਛੋਟੇ ਜਿਹੇ ਸੀਗੇ ਤੁਸੀਂ, 3 ਮਹੀਨੇ ਤੁਹਾਡੀ ਉਮਰ ਸੀਗੀ, ਅਤੇ ਪਿਕਚਰਾਂ ਤੁਹਾਡੇ ਕੋਲ ਅੱਜ ਵੀ ਪਈਆਂ ਹੁਣ, ਅਖਬਾਰਾਂ ਛਪੀਆਂ, ਤੁਸੀਂ ਕੰਨ ਨੂੰ ਫੋਨ ਲਾ ਕੇ ਹੈਲੋ ਪਾਪਾ ਵੀ ਸ਼ਾਇਦ ਬੋਲਦੇ ਹੁੰਦੇ ਸੀਗੇ, ਜੋ ਸਾਨੂੰ ਪਤਾ ਲੱਗਿਆ, ਜੋ ਮਦਰ ਤੁਹਾਡੇ ਦਾਦਾ ਜੀ ਦੱਸਦੇ ਹੁੰਦੇ ਸੀ, ਮਦਰ ਵੀ ਤੁਹਾਡੇ। ਤੁਸੀਂ ਸਿਰਫ ਤਸਵੀਰਾਂ 'ਚ ਹੀ ਦੇਖਿਆ ਆਪਣੇ ਫਾਦਰ ਨੂੰ, ਵਰਦੀ 'ਚ ਹੀ ਦੇਖਿਆ ਹੋਣਾ। ਜਿਵੇਂ ਜਿਵੇਂ ਤੁਸੀਂ ਵੱਡੇ ਹੁੰਦੇ ਗਏ, ਜਦੋਂ ਤੁਹਾਨੂੰ ਸਮਝ ਆਇਆ ਸੀਗਾ ਕਿ ਯਾਰ ਇਹ ਹੁੰਦਾ ਡਿਫੈਂਸ ਆਫੀਸਰ ਜਾਂ ਇਹ ਹੁੰਦਾ ਇੰਡੀਅਨ ਆਰਮੀ, ਅਤੇ ਇਸ ਤਰ੍ਹਾਂ ਸ਼ਹੀਦ ਵੀ ਹੋ ਜਾਂਦੇ ਆ, ਪਤਾ ਨਹੀਂ ਕਿੱਥੇ ਖੜੇ ਸ਼ਹੀਦ ਦੀ ਖਬਰ ਆ ਜੇ, ਮਨ 'ਚ ਕੀ ਹੁੰਦਾ ਸੀ? ਦਾਦਾ ਜੀ ਦਾ ਸੁਪਨਾ ਪੂਰਾ ਕਰਨਾ, ਉਸ ਲਾਈਨ 'ਚ ਜਾਣਾ ਕਿ ਨਹੀਂ ਜਾਣਾ? ਇਮਾਨਦਾਰ ਨਾਲ ਜਵਾਬ ਦੇਣਾ। ਮੇਰਾ ਸ਼ੁਰੂ ਤੋਂ ਹੀ ਆ ਰਿਹਾ ਵੀ ਆਰਮੀ ਜੁਆਇਨ ਕਰਨੀ ਆ, ਅਤੇ ਕਿਉਂਕਿ ਯੂਨਿਟ ਨਾਲ ਸ਼ੁਰੂ ਤੋਂ ਅਸੀਂ ਜੁੜੇ ਰਹੇ ਹਾਂ, ਟਾਈਮ ਟੂ ਟਾਈਮ ਯੂਨਿਟ 'ਚ ਕੋਈ ਫੰਕਸ਼ਨ ਹੁੰਦਾ ਉਹ ਬੁਲਾਉਂਦੇ ਰਹੇ, ਸਾਨੂੰ ਬੁਲਾਉਂਦੇ ਰਹਿੰਦੇ ਸੀਗੇ। ਸੋ ਇਹ ਨਾਲ ਜਾ ਕੇ ਚੰਗਾ ਲੱਗਦਾ ਸੀਗਾ, ਫੌਜੀ ਇਨਵਾਇਰਮੈਂਟ ਦੇਖਣਾ, ਉੱਥੇ ਰਹਿਣਾ। ਮੋਰ ਓਵਰ ਹੁਣ 60 ਸਾਲ ਆਲਮੋਸਟ ਹੋ ਗਏ, ਫੈਮਿਲੀ ਜ਼ਿਆਦਾ ਇਨਕਲਾਈਨ ਟੂਵਰਡਸ ਆਰਮੀ ਆ,
ਤਾਂ ਨੈਚੁਰਲੀ ਮੈਨੂੰ ਆਹੀ ਅੰਦਰੋਂ ਉਹ ਸੀਗਾ ਵੀ ਆਰਮੀ ਅਫਸਰ ਹੀ ਬਣਨਾ। ਸੋ ਸ਼ੁਰੂ ਤੋਂ ਹੀ ਮੇਰਾ ਜੋ ਹਾਰਡ ਵਰਕ ਰਿਹਾ ਜਾਂ ਮੇਰੀ ਜੋ ਚੀਜ਼ ਮੈਂ ਸਟਰਾਈਵ ਕਰਦਾ ਰਿਹਾ ਟੂ ਅਚੀਵ, ਉਹ ਹਮੇਸ਼ਾ ਇਹੀ ਰਿਹਾ ਵੀ ਇੱਕ ਵਾਰੀ ਮਤਲਬ ਐਟਲੀਸਟ ਯੂਨੀਫਾਰਮ ਪਾਉਣੀ ਹੈ ਅਤੇ ਉਹ ਰੈਂਕਸ ਲਾਉਣੇ ਆ। ਬਿਲਕੁਲ ਠੀਕ ਹੈ। ਸੋ ਇਹ ਵੀ ਸਵਾਲ ਨਵਤੇਸ਼ਵਰ ਤੁਹਾਨੂੰ ਕਰਨਾ ਚਾਹਾਂਗੇ, ਜਿਵੇਂ ਜਿਵੇਂ ਤੁਸੀਂ ਵੱਡੇ ਹੋ ਰਹੇ ਸੀ, ਜਦੋਂ 10 ਸਾਲ ਦੇ ਤੁਸੀਂ ਹੋਏ ਹੋਣੇ, 12 ਸਾਲ 15 ਸਾਲ, ਕਦੇ ਮੰਮੀ ਦਾ ਮਨ ਥਿੜਕਿਆ ਕਿ ਨਹੀਂ ਤੈਨੂੰ ਉਸ ਲਾਈਨ 'ਚ ਨਹੀਂ ਭੇਜਣਾ ਮੈਂ? ਸ਼ੁਰੂ 'ਚ ਸੀਗਾ, ਗੱਲ ਕਰਦੇ ਹੋਣੇ ਤੁਹਾਡੇ ਨਾਲ? ਸ਼ੁਰੂ 'ਚ ਥੋੜ੍ਹੇ ਸੀ ਹੈਜ਼ੀਟੈਂਟ ਸੀ, ਕਿਉਂਕਿ ਐਡਾ ਵੱਡਾ ਲਾਸ ਫੈਮਿਲੀ ਵਾਸਤੇ ਵੀ ਸੀ ਪਹਿਲਾਂ, ਬਟ ਹਾਲਾਂਕਿ ਮਾਣ ਵੀ ਸੀ ਦੇਸ਼ ਲਈ। ਵੀ ਸੀ ਦੇਸ਼ ਲਈ, ਅੱਜ ਵੀ ਹੈ। ਅੱਜ ਵੀ ਹੈਗਾ, ਬਟ ਅਗੇਨ ਜਦੋਂ ਉਹਨਾਂ ਨੇ ਦੇਖਿਆ ਵੀ ਨਹੀਂ ਇਹ ਸਿੰਗਲ ਮਾਈਂਡਡਲੀ ਇੱਧਰਲੇ ਪਾਸੇ ਆਪਣਾ ਫੋਕਸ ਰੱਖਿਆ ਇਹਨੇ ਥਰੂ ਆਊਟ, ਭਾਵੇਂ ਉਹ ਮੇਰਾ ਕਾਲਜ ਹੋਵੇ, NCC ਲਿੱਤੀ, ਫਿਰ ਰਿਟਨ ਦੀ ਤਿਆਰੀ ਸ਼ੁਰੂ ਕੀਤੀ ਆਪੇ। ਸੋ ਉਹਨਾਂ ਨੇ ਵੀ ਫਿਰ ਉਵੇਂ ਸਪੋਰਟ ਕਰਨਾ ਅਤੇ ਫਿਰ ਹਮ ਹੀ ਭਰਤੀ ਇਵੈਂਚੁਅਲੀ, ਅਤੇ ਫਿਰ ਪੂਰਾ ਸਪੋਰਟ ਕੀਤਾ ਜਦੋਂ ਵੀ ਮੈਂ ਇੰਟਰਵਿਊ ਵਾਸਤੇ ਆਉਂਦਾ ਸੀ। ਅਤੇ ਹੋਰ ਅਤੇ ਫਾਈਨਲੀ ਹੁਣ ਸਾਰੇ ਬਹੁਤ ਖੁਸ਼ ਹੈ ਜਦੋਂ ਕਮਿਸ਼ਨ ਮਿਲਿਆ। ਗੁੱਡ ਹੈ। ਅੱਛਾ, ਇਹ ਤੁਹਾਡੇ ਲਈ ਬੜਾ ਲੱਕੀ ਚਾਂਸ ਹੈਗਾ ਕਿ ਤੁਸੀਂ ਮਤਲਬ ਹਾਈਟੈਕ ਟਾਈਮ ਦੇ ਵਿੱਚ ਪੈਦਾ ਹੋਏ ਹੋ। ਜਿਵੇਂ ਜਿਵੇਂ ਜਵਾਨ ਤੁਸੀਂ ਹੋਏ, ਟੈਕਨੀਕਸ ਬਹੁਤ ਆ ਗਈਆਂ। ਅਕਸਰ ਤੁਸੀਂ ਨਿਊਜ਼ਪੇਪਰ ਵੀ ਪੜ੍ਹਦੇ ਹੋਣੇ, ਮੈਗਜ਼ੀਨ, ਵੀਡੀਓਜ਼ ਵੀ ਦੇਖਦੇ ਹੋ। ਕਈ ਵਾਰੀ ਆਪਾਂ ਅਕਸਰ ਸੋਸ਼ਲ ਮੀਡੀਆ 'ਤੇ ਵੀਡੀਓ ਆਉਂਦੇ ਨੇ, ਸਰਵਿਸਮੈਨ ਦੇ ਹੀ ਆ ਜਾਂਦੇ ਨੇ, ਕਦੇ ਸਰਹੱਦ 'ਤੇ ਖੜੇ ਨੇ, ਕਦੇ ਰਾਖੀ ਨੇ, ਬੜੇ ਉਹ ਟੈਨਸ਼ਨ ਦੇ ਵਿੱਚ, ਤਣਾਅ 'ਚ ਰਹਿ ਕੇ ਕਹਿੰਦੇ ਨੇ ਕਿ ਸਾਨੂੰ ਸਹੂਲਤਾਂ ਨਹੀਂ ਮਿਲਦੀਆਂ, ਚੀਜ਼ਾਂ ਨਹੀਂ ਮਿਲਦੀਆਂ, ਫੰਡਸ ਦੀ ਸਾਡੇ ਕੋਲ ਕਮੀ ਹੈ, ਲੇਟੈਸਟ ਐਮਿਊਸ਼ਨ ਨਹੀਂ ਹੈ। ਇੱਦਾਂ ਦੇਖ ਕੇ ਕਦੀ ਮਾਈਨਸ ਵੱਲ ਨਹੀਂ ਜਾਂਦੇ ਸੀ ਯਾਰ ਕਿ ਇੰਡੀਅਨ ਆਰਮੀ ਦਾ ਵੀ ਇਹ ਹਾਲ ਹੈ, ਔਰ ਜਦ ਕਿ ਸਾਰੀ ਜ਼ਿੰਮੇਵਾਰੀ ਇਹਨਾਂ 'ਤੇ ਦੇਸ਼ ਨੂੰ ਚਲਾਉਣ ਦੀ? ਜੀ ਉਹ ਪ੍ਰੋਪੇਗੈਂਡਾ ਦੇਖੋ ਹਮੇਸ਼ਾ ਹੁੰਦਾ ਕੁਛ ਨਾ ਕੁਛ, ਬਟ ਅਗੇਨ ਜਦੋਂ ਤੁਸੀਂ ਦੇਖੋ ਜੋ ਕਿ ਆਰਮੀ ਮੇਰੇ ਦਾਦਾ ਜੀ ਦੇ ਟਾਈਮ 'ਤੇ ਸੀਗੀ ਅਤੇ ਜੋ ਹੁਣ ਹੈ, ਬਹੁਤ ਐਡਵਾਂਸਮੈਂਟ ਆ। ਸਿਮਿਲਰਲੀ ਜੋ ਮੇਰੇ ਫਾਦਰ ਟਾਈਮ 'ਤੇ ਸੀ ਉਹਦੇ ਨਾਲੋਂ ਵੀ ਹੁਣ ਕਾਫੀ ਜ਼ਿਆਦਾ ਐਡਵਾਂਸਡ ਆ। ਬਿਲਕੁਲ ਠੀਕ। ਫੈਸਿਲਿਟੀਜ਼ ਜੋ ਹੁਣ ਹੈ ਉਹ ਪਹਿਲਾਂ ਨਾਲੋਂ ਤਾਂ ਬਹੁਤ ਬੈਟਰ ਆ। ਸੋ ਜੇ ਐਂ ਦੇਖੀਏ ਤਾਂ ਹੌਲੀ ਹੌਲੀ ਅੱਛਾ ਹੀ ਹੋ ਰਿਹਾ, ਕੁਝ ਬੁਰਾ ਨਹੀਂ ਹੋ ਰਿਹਾ। ਸੋ ਕਦੇ ਉਹਦੇ ਕਰਕੇ ਮੈਨੂੰ ਕੋਈ ਸੈਟਬੈਕ ਜਾਂ ਫਿਰ ਕਿਸੇ ਚੀਜ਼ ਨੇ ਮੈਨੂੰ ਪੁੱਲ ਬੈਕ ਨਹੀਂ ਕੀਤਾ। ਨੈਗੇਟਿਵਿਟੀ ਮਤਲਬ ਨਹੀਂ ਆਈ ਮਨ 'ਚ? ਕਿਉਂਕਿ ਉਹ ਕੰਪੈਰੀਜ਼ਨ ਸੀਗਾ ਨਾ ਪਹਿਲਾਂ ਨਾਲੋਂ ਹੁਣ ਬਹੁਤ ਜ਼ਿਆਦਾ ਅੱਛਾ ਹੁਣ ਫਿਰ ਵੀ ਪਲੱਸ ਮਤਲਬ ਆਪਾਂ ਕਹਿ ਰਹੀਏ ਹੋ ਰਿਹਾ ਸੀਗਾ। ਅੱਛਾ, ਇੱਥੇ ਮੈਂ ਦੱਸਣਾ ਚਾਹਾਂਗਾ ਜੀ ਪਲੀਜ਼। ਮੇਰੇ ਬੱਚੇ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ B.Tech ਦੀ ਡਿਗਰੀ ਕੀਤੀ ਜੀ, ਬੜੇ ਅੱਛੇ ਨੰਬਰਾਂ 'ਚ ਪਾਸ ਆ। ਇਹ ਉੱਧਰ ਵੀ ਜਾ ਸਕਦਾ ਸੀਗਾ ਸਿਵਲ ਲਾਈਨ ਦੇ ਵਿੱਚ, ਪਰ ਇਹਨੇ ਇੱਧਰ ਜਾਣਾ ਪਸੰਦ ਕੀਤਾ। ਅਤੇ ਇਹਨਾਂ ਦੇ ਫਾਦਰ ਨੂੰ ਭਾਰਤ ਸਰਕਾਰ ਨੇ ਸ਼ੌਰੀਆ ਚੱਕਰ ਦੇ ਨਾਲ ਉਹਨਾਂ ਦੀ ਬਹਾਦਰੀ ਨਾਲ ਸਨਮਾਨਿਤ ਕੀਤਾ ਹੈ। ਬਿਲਕੁਲ ਠੀਕ ਹੈ। ਅਤੇ ਕਿਸੇ ਮਤਲਬ ਕੰਪੀਟੀਸ਼ਨ ਜੇ ਇਹ ਲੜ ਸਕਦੇ ਸੀ ਤਾਂ ਉਹ ਵੀ ਕੰਪੀਟੀਸ਼ਨ 'ਚ ਲੜ ਕੇ ਕਿਸੇ ਪਾਸੇ ਹੋਰ ਪਾਸੇ ਜਾਂਦੇ, ਪਰ ਇਹਨਾਂ ਦਾ ਇਸਦਾ ਰੁਝਾਨ ਜਿਹੜਾ ਸੀ ਨਾ ਉਹ ਆਰਮੀ ਵੱਲੇ ਸੀ। ਅੱਛਾ। ਇਹਨੇ NCC ਲਈ ਕਾਲਜ ਦੇ ਵਿੱਚ ਬੜੇ ਅੱਛੇ ਉਹਦੇ ਅਪਾਇੰਟਮੈਂਟ ਵੀ ਮੈਨੂੰ ਮਿਲੀ ਉਹਦੇ ਵਿੱਚ, ਇੰਜੀਨੀਅਰਿੰਗ ਕਾਲਜ ਇਹਨੂੰ ਐਜ ਏ ਸਰਜਨ ਜੀ, ਅਤੇ ਉੱਥੋਂ ਇਹ ਕੋਸ਼ਿਸ਼ ਕਰਦਾ ਰਿਹਾ। ਅਤੇ ਇਹ ਬਲਕਿ 3 ਵਿੰਗਾਂ 'ਚ ਹੀ ਸਿਲੈਕਟ ਹੋਇਆ। ਠੀਕ ਹੈ। ਆਰਮੀ, ਨੇਵੀ ਅਤੇ ਏਅਰ ਫੋਰਸ। ਠੀਕ ਹੈ। ਪਰ ਹੀ ਪ੍ਰੈਫਰ ਟੂ ਗੋ ਇਨ ਦੀ ਆਰਮੀ। ਵੀ ਜਿਹੜੇ ਰਸਤੇ ਤੇ ਦਾਦਾ ਚੱਲਿਆ, ਪਿਓ ਚੱਲਿਆ, ਮੈਂ ਉਸੇ ਰਸਤੇ ਤੁਰਾਂਗਾ। ਅੱਛਾ, ਠੀਕ ਹੈ। ਸੋ ਨਤੇਸ਼ਵਰ, ਇੰਸਪੀਰੇਸ਼ਨ, ਆਈਡੀਅਲ ਕਿਹਨੂੰ ਮੰਨਦੇ ਹੋ ਜੇ ਤੁਸੀਂ ਅੱਜ ਇਸ ਲਾਈਨ 'ਚੋਂ? ਦਾਦਾ ਜੀ ਨੂੰ, ਪਿਤਾ ਜੀ ਨੂੰ, ਜਾਂ ਹੋਰ ਕੋਈ ਇਸ ਤੋਂ ਇਲਾਵਾ? ਸਭ ਤੋਂ ਵੱਧ ਇੰਸਪੀਰੇਸ਼ਨ ਮੇਰੇ ਫਾਦਰ ਤੋਂ ਮਿਲਦੀ ਹੈ, ਬਟ ਅਗੇਨ ਦਾਦਾ ਜੀ ਨੇ ਬਹੁਤ ਮੋਟੀਵੇਟ ਕੀਤਾ ਸ਼ੁਰੂ ਤੋਂ ਹੀ। ਠੀਕ ਹੈ। ਅਤੇ ਉਹਨਾਂ ਹੀ ਸਪੋਰਟ ਐਡ ਸੇ ਸਾਰੀ ਫੈਮਿਲੀ ਦਾ ਰਿਹਾ, ਮੇਰੀ ਮਦਰ ਦਾ ਵੀ ਬਹੁਤ ਸਪੋਰਟ ਰਿਹਾ, ਕਿਉਂਕਿ ਉਹ ਬਿਨਾਂ ਸਾਰਿਆਂ ਦੇ ਸਪੋਰਟ ਤੋਂ ਆਈ ਡੋਂਟ ਥਿੰਕ ਸੋ ਕੁਛ ਵੀ ਹੋ ਸਕਦਾ ਸੀਗਾ। ਬਿਕੋਜ਼ ਜਦੋਂ ਤੱਕ ਪਿੱਛੋਂ ਤੁਸੀਂ ਖੁਸ਼ ਨਹੀਂ ਹੋ ਤਾਂ ਉਹ ਅੱਗੇ ਆਊਟਪੁੱਟ ਆਉਂਦਾ ਨਹੀਂ ਹੈ। ਸੋ ਜਦੋਂ ਸਭ ਦਾ ਸਪੋਰਟ ਮਿਲਿਆ ਉਦੋਂ ਬਾਅਦ ਹੀ ਮਤਲਬ ਆਪਣੇ ਵੱਲੋਂ ਵੀ ਜ਼ਿਆਦਾ ਐਫਰਟ ਪਾਉਣੇ ਸ਼ੁਰੂ ਕੀਤੇ ਮੈਂ, ਵੀ ਹੁਣ ਇਹਨਾਂ ਦੀਆਂ ਵੀ ਮੇਰੇ 'ਤੇ ਜ਼ਿਆਦਾ ਉਹ ਹੋ ਗਈਆਂ, ਵੀ ਤੁਸੀਂ ਕਹਿ ਲਓ ਆਸ ਹੈ ਇਹਨਾਂ ਨੂੰ ਵੀ ਹੁਣ ਅੱਛਾ ਕਰੂਗਾ। ਬਿਲਕੁਲ ਠੀਕ। ਸੋ ਉਹਨਾਂ ਹੀ ਮੈਂ ਜ਼ਿਆਦਾ ਐਫਰਟ ਪਾਉਣ ਲੱਗ ਗਿਆ। ਬਿਲਕੁਲ। ਹਾਲ ਹੀ 'ਚ ਨਵਤੇਸ਼ਵਰ ਇੰਸੀਡੈਂਟ ਹੋ ਕੇ ਹਟਿਆ ਆਪਣੇ ਇੱਥੇ, ਤੁਸੀਂ ਦੇਖਿਆ ਹੋਣਾ, ਮੋਹਾਲੀ ਦੇ ਹੀ ਕਰਨਲ ਮਨਪ੍ਰੀਤ ਸਿੰਘ ਦੀ ਗੱਲ ਕਰੀਏ, ਹਰਿਆਣੇ ਦੇ ਸੀਗੇ ਮੇਜਰ ਆਸ਼ੀਸ਼, ਉਹਨਾਂ ਦੀ ਗੱਲ ਕਰੀਏ, ਡਿਪਟੀ SP ਹਮਾਯੂ ਭੱਟ, ਰਾਈਫਲਮੈਨ ਰਵੀ, ਉਹ ਵੀ ਚਾਰੋਂ ਸ਼ਹੀਦ ਹੋਏ ਨੇ ਆਪਣਾ ਅਨੰਤਨਾਗ ਦੇ ਵਿੱਚ। ਜਿਸ ਦਿਨ ਕ੍ਰਿਮੇਸ਼ਨ ਹੋ ਰਹੀ ਸੀ ਮੇਜਰ ਆਸ਼ੀਸ਼ ਦੀ ਹਰਿਆਣੇ ਪਾਣੀਪਤ ਵਿਖੇ, ਉਹਨਾਂ ਦੀ ਸਿਸਟਰ ਕਹਿ ਰਹੀ ਸੀ, ਕਹਿੰਦੀ ਸ਼ਹੀਦਾਂ ਨੂੰ ਸਿਰਫ 2 ਦਿਨ ਹੀ ਯਾਦ ਰੱਖਿਆ ਜਾਂਦਾ ਹੈ, ਜਿਸ ਦਿਨ ਇਹਨਾਂ ਦੀ ਡੈੱਡ ਬੋਡੀ ਘਰ ਪਹੁੰਚਦੀ ਹੈ ਅਤੇ ਜਿਸ ਦਿਨ ਉਹਨਾਂ ਦੀ ਕ੍ਰਿਮੇਸ਼ਨ ਹੋ ਜਾਂਦੀ ਹੈ। ਉਸ ਤੋਂ ਬਾਅਦ ਕੋਈ ਯਾਦ ਨਹੀਂ ਰੱਖਦਾ, ਅਤੇ ਕਹਿੰਦੀ ਪਰਿਵਾਰ ਹੀ ਸਿਰਫ ਹੁੰਦਾ ਜਿਹੜਾ ਪਿੱਛੇ ਰੋਂਦਾ ਰਹਿ ਜਾਂਦਾ। ਇਹ ਬਿਲਕੁਲ ਸਹੀ ਗੱਲ ਹੈ ਜੀ। ਇਹ ਬਿਲਕੁਲ ਜੋ ਬੱਚੀ ਨੇ ਕਹੀ ਆ, ਬਿਲਕੁਲ ਸਹੀ ਗੱਲ ਕਹੀ ਹੈ। ਇਹ 'ਚ ਕੋਈ ਝੂਠ ਨਹੀਂ ਹੈਗਾ। ਸਾਡਾ ਆਪਣਾ ਐਕਸਪੀਰੀਅੰਸ ਹੈਗਾ। ਕਈ ਅਧਿਕਾਰੀਆਂ ਕੋਲ ਅਸੀਂ ਜਾਂਦੇ ਰਹੇ ਹਾਂ, ਉਹਨਾਂ ਨੇ ਬੜਾ
ਲਾਈਟਲੀ ਜੀ ਗੱਲ ਲੈਣੀ ਤੇ ਕੋਈ ਏਡਾ ਨਹੀਂ। ਕਈ ਬੜੇ ਬਹੁਤ ਵਧੀਆ ਤਰੀਕੇ ਨਾਲ ਮਿਲਦੇ ਸੀ, ਸਨਮਾਨ ਦਿੰਦੇ ਸੀ, ਮਾਣ ਦਿੰਦੇ ਸੀ। ਮਾਨ ਕਰਦੇ ਸੀ, ਪਰ ਉਹ ਮੈਜੋਰਿਟੀ ਇਗਨੋਰ ਹੀ ਕਰਦੇ ਸੀਗੇ। ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੇਰੇ ਨਾਲ ਵਾਪਰਿਆ ਹੈਗਾ। ਤੇ ਅਸੀਂ ਆਪਣੇ ਬੱਚਾ ਗਿਆ ਉਹਨੂੰ ਤਾਂ ਅਸੀਂ ਯਾਦ ਕਰਨਾ ਹੀ ਕਰਨਾ ਹੈਗਾ। ਬਿਲਕੁਲ ਠੀਕ ਹੈ। ਇਹੋ ਜਿਹੀਆਂ ਜਦੋਂ ਆਪਾਂ ਦੇਖਦੇ ਹਾਂ ਗੱਲਾਂ, ਤੁਹਾਡੇ ਮਨ 'ਚ ਕੀ ਆਉਂਦਾ ਫਿਰ ਵੀ ਯਾਰ ਉਹੀ ਗੱਲ ਹੈ ਵੀ ਆਪਾਂ ਸ਼ਹਾਦਤ ਦੇਤੀ, ਸੜਕ ਤੇ ਖੜੇ ਰਹਿ ਗਏ, ਸਰਹੱਦ ਤੇ ਖੜੇ ਰਹਿ ਗਏ ਤੇ ਮੁੜ ਕੇ ਕੋਈ ਪੁੱਛਣ ਵਾਲਾ ਵੀ ਨਹੀਂ ਫੈਮਲੀਜ਼ ਨੂੰ। ਐਦਾਂ ਦੇ ਵੀ ਇੰਸੀਡੈਂਟ ਦੇਖੇ, ਪੜ੍ਹੇ ਸੁਣੇ ਹੋਣੇ ਤੁਸੀਂ? ਹਾਂਜੀ, ਬਟ ਐਟ ਦਾ ਸੇਮ ਟਾਈਮ ਜਦੋਂ ਵੀ ਯੂਨਿਟ ਜਾਂਦੇ ਸੀਗੇ, ਜਿਵੇਂ ਉਹ ਫੌਂਡਲੀ ਯਾਦ ਕਰਦੇ ਸੀ, ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨੇ ਕੀਤਾ ਹੋਣਾ। ਕਿਉਂਕਿ ਜਾਂ ਤਾਂ ਜੋ ਉਹਨਾਂ ਦੇ ਨਾਲ ਕਿਸੇ ਨੇ ਸਰਵਿਸ ਨਹੀਂ ਕੀਤੀ ਉੱਥੇ, ਜੋ ਹੁਣ ਸਰਵਿੰਗ ਆ, ਜਿੰਨੇ ਨਾਲ ਦੇ ਸਭ ਉਹਨਾਂ 'ਚ ਮਤਲਬ ਹੋ ਗਏ, ਰਿਟਾਇਰ ਹੋ ਗਏ ਮੋਸਟਲੀ। ਅਤੇ ਜੋ ਕਦੇ ਮਿਲੇ ਵੀ ਨਹੀਂ, ਉਹ ਵੀ ਇੰਨੇ ਪਿਆਰ ਨਾਲ, ਸਨੇਹ ਨਾਲ ਮਿਲਦੇ ਆ ਸਾਨੂੰ। ਅਤੇ ਜਿੰਨੀ ਖੁਸ਼ੀ ਮੈਨੂੰ ਫੈਮਿਲੀ ਨੂੰ ਹੈ ਵੀ ਮੈਂ ਉਸੇ ਸੇਮ ਯੂਨਿਟ ਜਾ ਰਿਹਾ, ਉਦੋਂ ਜ਼ਿਆਦਾ ਹੀ ਹੋਊਗੀ ਸ਼ਾਇਦ ਯੂਨਿਟ 'ਚ ਵੀ ਉਹੋ ਜਿਹਾ ਹੀ ਮਾਹੌਲ। ਅੱਛਾ, ਇਹ ਲੱਕ ਬਾਈ ਚਾਂਸ ਹੋਇਆ ਸੇਮ ਯੂਨਿਟ ਮਿਲੀ ਹੈ? ਹਾਂ, ਅੱਛਾ, ਕਿਹਾ ਸੀ ਤੁਸੀਂ ਮੈਨੂੰ ਉਹੀ ਯੂਨਿਟ ਚਾਹੀਦੀ ਹੈ, ਠੀਕ ਹੈ। ਅੱਛਾ, ਇਹਦੇ 'ਚ ਆਪਾਂ ਇਸ ਚੀਜ਼ ਨੂੰ ਜੇ ਲੈ ਕੇ ਚੱਲੀਏ ਕਿ ਆਪਣਾ ਫੌਜੀ ਜਦੋਂ ਸਰਹੱਦ 'ਤੇ ਡਿਊਟੀ ਦੇ ਰਿਹਾ, ਖੈਰ ਤੁਹਾਡੇ ਤਾਂ ਹੁਣ ਪਰਿਵਾਰ ਦੀ ਬੈਕਗਰਾਊਂਡ ਹੀ ਇੱਦਾਂ ਦੀ ਹੋ ਗਈ, ਦਾਦਾ ਜੀ ਨੂੰ ਵੀ ਤੁਸੀਂ ਦੇਖਿਆ ਆਪਣੇ, ਚਲੋ ਫਾਦਰ ਸਾਹਿਬ ਦਾ ਸਨੇਹ ਤੁਹਾਨੂੰ ਨਹੀਂ ਮਿਲ ਪਾਇਆ ਉਹਨਾਂ ਦੀ ਸ਼ਹਾਦਤ ਕਰਕੇ। ਇੰਜੀਨੀਅਰਿੰਗ ਵੱਲ ਤੁਸੀਂ ਚਲੇ ਗਏ ਸੀਗੇ, ਫਿਰ ਇੰਜੀਨੀਅਰਿੰਗ ਵੱਲ ਕਿਉਂ ਤੁਰ ਪਏ ਸੀ? ਕੁਛ ਮਨ ਥੋੜ੍ਹਾ ਜਿਹਾ ਹਿੱਲਿਆ ਸੀ ਯਾਰ ਨਹੀਂ ਜਾਣਾ ਕਿ ਕਿੱਦਾਂ? ਨਹੀਂ, ਮੇਰੇ ਮਦਰ ਚਾਹੁੰਦੇ ਸੀ ਇੱਕ ਵਾਰੀ ਪਹਿਲਾਂ ਬਾਹਰੋਂ ਕੋਈ ਗ੍ਰੈਜੂਏਸ਼ਨ ਕਰਾਂ, ਤਾਂ ਕਿ ਉਦੋਂ ਬਾਅਦ ਵੀ 21-22 ਸਾਲਾਂ ਦਾ ਹੋਊਂਗਾ, ਉਹ ਕਹਿੰਦੇ ਵੀ ਮੈਚਿਓਰ ਹੋ ਜਾਏਗਾ ਥੋੜ੍ਹਾ ਜਿਹਾ, ਐਂਡ ਆਪਦਾ ਡਿਸੀਜਨ ਫਿਰ ਆਪੇ ਲੈ ਲਈ ਜੋ ਵੀ ਤੂੰ ਆਪਣੀ ਲਾਈਫ 'ਚ ਕਰਨਾ। ਅੱਛਾ, ਵੀ 18 ਸਾਲ ਦਾ ਥੋੜ੍ਹਾ ਜਿਹਾ ਇਮੈਚਿਓਰ ਹੁੰਦਾ, ਪਤਾ ਨਹੀਂ ਹੁੰਦਾ। ਮੇਰੇ ਥੋੜੀ ਅੱਗੇ ਜਾ ਕੇ ਸਮਝ ਆ ਜਾਏਗੀ ਵੀ 4 ਸਾਲਾਂ 'ਚ ਤੂੰ ਡਿਗਰੀ ਵੀ ਕਰ ਲਏਗਾ, ਥੋੜੀ ਸਮਝ ਵੀ ਜ਼ਿਆਦਾ ਆ ਜਾਊਗੀ। ਬਿਲਕੁਲ ਠੀਕ ਹੈ। ਤੇ ਜਿਵੇਂ ਦਾਦਾ ਜੀ ਦੱਸ ਰਿਹਾ ਵੀ ਤੁਸੀਂ ਨੇਵੀ ਵੀ ਤੇ 에ਅਰ ਫੋਰਸ ਵੀ ਤੇ ਆਰਮੀ ਤਿੰਨਾਂ ਸਿਲੈਕਟ ਹੋ ਗਏ ਸੀ, ਫਿਰ ਆਰਮੀ ਹੀ ਪ੍ਰੈਫਰ ਕੀਤਾ, ਵਾਏ? ਮੈਂ ਸ਼ੁਰੂ ਤੋਂ ਹੀ ਆਰਮੀ ਵੱਲ ਜ਼ਿਆਦਾ ਇਨਕਲਾਈਨ ਸੀ। 에ਅਰ ਨਹੀਂ ਦਿਲ ਕੀਤਾ ਵੀ ਜਹਾਜ਼ ਉਡਾਈਏ ਜਾਂ ਸਮੁੰਦਰ 'ਚ ਘੁੰਮੀਏ? ਜਹਾਜ਼ ਉਡਾਉਣਾ ਚਾਹੁੰਦਾ ਸੀ ਮੈਂ, ਇਹੋ ਜਿਹੀ ਗੱਲ ਨਹੀਂ ਹੈ, ਬਟ ਅਗੇਨ ਉਹਦੇ 'ਚ ਕੁਛ ਕੰਸਟ੍ਰੇਂਟ ਸੀਗੀਆਂ, ਮੇਰੀ ਹਾਈਟ ਜ਼ਿਆਦਾ ਹੈ, ਥੋੜੀ ਕਾਕਪਿਟ ਕੰਪੈਟੇਬਲ ਨਹੀਂ ਹੈ, ਬੈਠ ਨਹੀਂ ਸਕਦੇ ਉਹਦੇ, ਠੀਕ ਹੈ। ਤੇ ਫਿਰ ਨੇਵੀ ਵੱਲ ਜਾਣ ਦਾ ਸੋਚਿਆ? ਨਹੀਂ, ਮਤਲਬ ਪੇਪਰ ਸਾਰੇ ਦਿੱਤੇ ਮੈਂ, ਬਿਕੋਜ਼ ਐਟ ਦੀ ਐਂਡ ਯੂਨੀਫਾਰਮ ਸਰਵਿਸ ਹੈ, ਜੋ ਮਰਜ਼ੀ ਹੋਵੇ, ਆਰਮੀ, 에ਅਰ ਫੋਰਸ, ਨੇਵੀ। ਮੇਰਾ ਆਇਆ ਸੀਗਾ ਵੀ ਜੋ ਪਹਿਲਾਂ ਕਲੀਅਰ ਹੋ ਗਿਆ ਮੈਂ ਉੱਧਰ ਜੁਆਇਨ ਹੋ ਜਾਊਂਗਾ। ਬਿਲਕੁਲ ਠੀਕ ਹੈ। ਤੇ ਜਿਹੜੇ ਉਸ ਟਾਈਮ ਤੁਹਾਡੇ ਫਾਦਰ ਨਾਲ ਸਰਵਿਸ ਕਰਦੇ ਸੀ, ਹੁਣ ਤੁਸੀਂ ਜਦੋਂ ਜਾ ਕੇ ਡਿਊਟੀ ਜੁਆਇਨ ਕਰਨਗੇ, ਤੁਹਾਡੇ ਸੀਨੀਅਰ ਹੋਣਗੇ, ਉਹ ਕਿਸੇ ਨਾਲ ਹੋਈ ਮੁਲਾਕਾਤ, ਮਿਲੇ? ਹਾਂਜੀ, ਮੈਨੂੰ ਕਾਫੀ ਆਫਸਰਸ ਦੇ ਕਾਲ ਆਏ ਆ, ਕਾਫੀ NCO JCO ਦੇ ਕਾਲ ਆਇਆ ਜੋ ਉਹਨਾਂ ਨਾਲ ਸਰਵਿਸ ਕਰ ਰਹੇ ਸੀਗੇ। ਮੈਜੋਰਿਟੀ ਤਾਂ ਹੁਣ ਨਹੀਂ ਸਰਵ ਕਰ ਰਹੇ, ਜੋ ਕਰ ਵੀ ਰਹੇ ਆ ਉਹ ਯੂਨਿਟਸ ਤਾਂ ਕੋਈ ਨਹੀਂ ਹੈ ਇਸ ਵੇਲੇ। ਸੋ ਯੂਨਿਟਸ ਸਾਰੇ ਆਫਸਰਸ ਨਵੇਂ ਆ, ਬਟ ਉਹਨਾਂ ਨੂੰ ਵੀ ਬਿਕੋਜ਼ ਰੈਗੂਲਰ ਇਨ ਟੱਚ ਸੀ ਯੂਨਿਟ ਦੇ, ਉਹਨਾਂ ਨੂੰ ਮਿਲਦੇ ਰਹੀਦਾ ਸੀ ਪਹਿਲਾਂ। ਠੀਕ ਹੈ। ਤਾਂ ਕਾਫੀ ਖੁਸ਼ ਹਾਂ ਵੀ ਮੈਨੂੰ ਐਜ਼ ਜਿਵੇਂ ਬੱਚਾ ਘਰੇ ਵਾਪਸ ਆਉਂਦਾ ਕਿਤੋਂ ਬਾਹਰੋਂ, ਬਸ ਉਵੇਂ ਟਰੀਟ ਕਰ ਰਹੇ, ਪਿਆਰ ਮਿਲਿਆ ਤੁਹਾਨੂੰ? ਮਿਲ ਰਿਹਾ ਬਹੁਤ। ਦੇਸ਼ ਨੇ, ਸਾਡੀ ਇੰਡੀਅਨ ਆਰਮੀ ਨੇ ਤੁਹਾਨੂੰ ਉਹ ਮੌਕਾ ਦਿੱਤਾ, ਓਪਰਚੁਨਿਟੀ ਦਿੱਤੀ ਹੈ, ਤੁਸੀਂ ਗ੍ਰੈਬ ਕੀਤੀ ਹੈ, ਤੇ ਹੁਣ ਦੇਸ਼ ਸੇਵਾ ਲਈ ਤੁਸੀਂ ਤਿਆਰ ਹੈਗੇ ਹੋ। ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਦੇਸ਼ ਨੂੰ? ਜੀ, ਮੇਰੇ ਵਾਸਤੇ ਆ ਬਹੁਤ ਗਰਵ ਵਾਲੀ ਗੱਲ ਹੈ ਵੀ ਮੈਂ ਤੀਜੀ ਪੀੜ੍ਹੀ ਬਣ ਰਿਹਾ ਜੋ ਕਿ ਸੇਮ ਯੂਨੀਫਾਰਮ ਪਾ ਰਹੀ ਹੈ, ਉਹੀ ਸੇਮ ਰੈਂਕਸ ਲਾ ਰਹੀ ਹੈ। ਬਿਲਕੁਲ ਠੀਕ ਹੈ। ਅਤੇ ਮੈਂ ਕੋਸ਼ਿਸ਼ ਕਰੂੰਗਾ ਹਮੇਸ਼ਾ, ਜੋ ਮੈਂ ਸਹੁੰ ਚੱਕੀ ਆਪਣੀ ਕਮਿਸ਼ਨਿੰਗ 'ਤੇ, ਉਹਦੇ 'ਤੇ ਹਮੇਸ਼ਾ ਕਾਇਮ ਰਹਾਂ, ਅਤੇ ਕਿਤੇ ਵੀ ਆਪਣਾ ਫੈਮਿਲੀ ਦਾ, ਫਾਦਰ ਦਾ, ਦੇਸ਼ ਦਾ ਨਾਂ ਕਦੇ ਨਹੀਂ ਮਾਣਾ ਕਰਾਂ। ਬਿਲਕੁਲ। ਹੁਣ ਦੇਹਰਾਦੂਨ ਜਾ ਕੇ ਕਹਿੰਦੇ ਹਾਲੇ ਵਰਦੀਆਂ ਸਵਾ ਕੇ ਆਏ ਹੋ, ਆਣਗੀਆਂ ਬਣ ਕੇ ਆ ਗਈਆਂ ਵਰਦੀਆਂ? ਹੁਣੇ ਆ ਜਾਣਗੀਆਂ ਹਫ਼ਤੇ। ਠੀਕ ਹੈ। ਤੇ ਕਦ ਤੋਂ ਜੁਆਇਨ ਕਰਨ ਜਾ ਰਹੇ ਹੋ ਡਿਊਟੀ? ਮੈਂ 30th ਨੂੰ ਮੇਰੀ ਜੋ ਆਪਣੀ ਜੁਆਇਨਿੰਗ ਪੀਰੀਅਡ ਦੀ ਲੀਵ ਹੈ ਖਤਮ ਹੋ ਜੂਗੀ, ਉਸ ਤੋਂ ਬਾਅਦ ਜੁਆਇਨ ਕਰ ਲਵਾਂ। ਕਿੱਥੇ ਕਰਨਾ ਜਾ ਕੇ? 18 ਗ੍ਰੇਨੇਡੀਅਰਸ ਯੂਨਿਟ ਹੈ ਮੇਰੀ। ਮੈਂ ਪਹਿਲਾਂ ਆਪਣਾ ਜਿਹੜਾ ਉਹ ਰੈਜੀਮੈਂਟਲ ਸੈਂਟਰ ਹੈ ਗ੍ਰੇਨੇਡੀਅਰਸ ਦਾ, ਉੱਥੇ ਜਾਊਂਗਾ। ਠੀਕ ਹੈ। ਸੋ ਕੈਪਟਨ ਸਾਹਿਬ, ਬਈ ਜਿੱਥੋਂ ਤੁਸੀਂ ਟ੍ਰੇਨਿੰਗ ਲਈ ਸੀ ਉੱਥੋਂ ਹੀ ਮੇਜਰ ਹਰਮਿੰਦਰਪਾਲ ਜੀ ਨੇ ਟ੍ਰੇਨਿੰਗ ਲਈ, ਉੱਥੋਂ ਹੀ ਨਵਤੇਸ਼ਵਰ ਨੇ ਲਈ, ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਉਹ ਬਹੁਤ ਵਧੀਆ ਰਿਹਾ। ਮੈਂ ਸਾਲ 63 ਦੇ ਵਿੱਚ ਮੈਨੂੰ ਕਮਿਸ਼ਨ ਮਿਲਿਆ, ਮੈਂ ਮਨਰਵਾ ਅਕੈਡਮੀ ਤੋਂ ਟ੍ਰੇਨਿੰਗ ਲਈ, ਤੇ ਉਸ ਵੇਲੇ ਕਰਨਲ ਦਿਓਲ ਹੁੰਦੇ ਸੀ, ਜਿਹੜੀ ਆਪਣੀ ਦਾਊ ਪਿੰਡ ਵਾਲੀ ਹੈ। ਹਾਂਜੀ, ਸੈਕਟਰ 3 ਦੇ ਵਿੱਚ ਹੁੰਦੀ ਸੀਗੀ। ਉੱਥੋਂ ਮੈਂ ਟ੍ਰੇਨਿੰਗ ਲਈ ਤੇ ਆਈ ਵਾਸ ਸਿਲੈਕਟਡ। ਉਸ ਤੋਂ ਬਾਅਦ ਮੇਰੇ ਲੜਕੇ ਮੇਜਰ ਹਰਮਿੰਦਰਪਾਲ ਸਿੰਘ ਨੇ ਵੀ ਮਨਰਵਾ ਅਕੈਡਮੀ ਤੋਂ ਟ੍ਰੇਨਿੰਗ ਲਈ, ਉਹ ਸਿਲੈਕਟ ਹੋਏ। ਉਸ ਤੋਂ ਬਾਅਦ ਮੇਰੇ ਬੇਟੇ, ਮੇਰੇ ਪੋਤੇ ਨਵਤੇਸ਼ਵਰ ਸਿੰਘ ਨੇ ਵੀ ਉੱਥੋਂ ਟ੍ਰੇਨਿੰਗ ਲਈ, ਤੇ ਮਿਸਿਸ ਦਿਓਲ
ਰੂਪਨ ਦਿਓਲ ਬਜਾਜ ਨੇ, ਉਹਨਾਂ ਨੇ ਮੇਰੇ ਬੱਚੇ ਨੂੰ ਇੰਨੀ ਵਧੀਆ ਸ਼ਰਧਾਂਜਲੀ ਦਿੱਤੀ ਕਿ ਨਵਤੇਸ਼ਵਰ ਸਿੰਘ ਤੋਂ ਅਸੀਂ ਪਹਿਲਾਂ ਫੀਸ ਦੇ ਦਿੱਤੀ ਸੀ, ਉਹਨਾਂ ਨੇ ਸਾਰੀ ਫੀਸ ਵਾਪਸ ਕਰਕੇ ਇਹਨੂੰ ਬਿਲਕੁਲ ਮੁਫਤ ਪੜ੍ਹਾਇਆ ਤੇ ਹੀ ਗੋਟ ਸਿਲੈਕਟਡ। ਸੈਕੰਡਲੀ ਉਹਨਾਂ ਦੀ ਕੰਟਰੀਬਿਊਸ਼ਨ ਸਾਡੇ ਲਈ ਹੈਗੀ ਆ ਕਿ ਗਵਰਨਮੈਂਟ ਕਾਲਜ ਦਾ ਨਾਂ ਮੇਜਰ ਹਰਮਿੰਦਰਪਾਲ ਸਿੰਘ ਦੇ ਨਾਂ ਤੇ ਉਹਨਾਂ ਦੀ ਸਾਰੀ ਕੋਸ਼ਿਸ਼ ਤੋਂ ਬਾਅਦ ਐਫਰਟ ਉਹਨਾਂ ਦੇ ਰਹੇ। ਉਹਨਾਂ ਦੀ ਐਫਰਟ ਨਾਲ ਇਸ ਕਾਲਜ ਦਾ ਨਾਮ ਰੱਖਿਆ ਗਿਆ। ਠੀਕ ਹੈ ਜੀ। ਮੈਂ ਉਹਨਾਂ ਦੀ ਅਕੈਡਮੀ ਨੂੰ ਚਾਹੁੰਦਾ ਕਿ ਚੜ੍ਹਦੀ ਕਲਾ ਵਿੱਚ ਰਹੇ। ਸੋ ਮੁਲਾਕਾਤ ਅੱਜ ਸਾਡੀ ਹੋਈ ਹੈ ਕੈਪਟਨ ਹਰਪਾਲ ਸਿੰਘ ਉਹਨਾਂ ਦੇ ਪਰਿਵਾਰ ਨਾਲ। ਮੇਜਰ ਹਰਮਿੰਦਰਪਾਲ ਸਿੰਘ ਇਹਨਾਂ ਦੇ ਬੇਟੇ, ਅੱਗੇ ਹਰਮਿੰਦਰਪਾਲ ਸਿੰਘ ਉਹਨਾਂ ਦਾ ਬੇਟਾ ਨਵਤੇਸ਼ਵਰ ਸਿੰਘ, ਇਹ 3 ਪੀੜ੍ਹੀਆਂ ਨੇ, 3 ਜਨਰੇਸ਼ਨ ਨੇ ਜਿਨ੍ਹਾਂ ਨੇ ਦੇਸ਼ ਸੇਵਾ ਕੀਤੀ। ਹਾਲਾਂਕਿ ਕੈਪਟਨ ਸਾਹਿਬ ਨੂੰ ਇਹ ਹੈ ਕਿ ਜਦੋਂ ਬੇਟਾ ਚਲਾ ਗਿਆ ਉਸ ਤੋਂ ਬਾਅਦ ਥੋੜ੍ਹਾ ਜਿਹਾ ਇਹੋ ਜਿਹਾ ਤਜਰਬਾ ਵੀ ਮਿਲਿਆ ਕਿ ਜਿੱਥੇ ਸਹੀ ਤਰ੍ਹਾਂ ਟਰੀਟ ਨਹੀਂ ਕੀਤਾ ਜਾਂਦੀ। ਇਸ ਤੋਂ ਬਾਵਜੂਦ ਦਾਦੇ ਦੀ ਇੱਛਾ ਸੀਗੀ ਕਿ ਮੇਰਾ ਪੋਤਾ ਜਿਹੜਾ ਮੇਰੇ ਪੁੱਤਰ ਦੇ ਰਸਤੇ 'ਤੇ ਚੱਲੇ, ਔਰ ਜਿਹੜੀ ਇਹਨਾਂ ਦੀ ਯੂਨਿਟ ਵੀ ਹੈ ਸੇਮ ਪਿਓ ਪੁੱਤਰ ਦੀ ਇੱਕੋ ਹੀ ਯੂਨਿਟ ਹੈਗੀ ਹੈ। ਸੋ ਫਖਰ ਮਹਿਸੂਸ ਕਰ ਰਿਹਾ ਨਵਤੇਸ਼ਵਰ ਵੀ। ਇਹ ਉਦਾਹਰਣ ਹੈ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਨੇ ਛੱਡ ਯਾਰ ਸਰਕਾਰਾਂ ਨੇ ਕੀ ਦੇਣਾ, ਛੱਡ ਯਾਰ ਆਰਮੀ ਤੋਂ ਕੀ ਮਿਲਣਾ, ਕਿੱਥੇ ਗੋਲੀ ਵੱਜੇ। ਪਰ ਅਜਿਹੇ ਆਪਾਂ ਇਹਨਾਂ ਨੂੰ ਸੂਰਮੇ ਹੀ ਕਹਾਂਗੇ, ਤਿਆਰ ਬੈਠੇ ਨੇ ਦੇਸ਼ ਸੇਵਾ ਦੇ ਲਈ, ਸੈਕਰੀਫਾਈਸ ਲਈ, ਬਲੀਦਾਨ ਲਈ, ਕਿ ਅਸੀਂ ਆਪਣੀਆਂ ਪੀੜ੍ਹੀਆਂ, ਅਸੀਂ ਆਪਣੀਆਂ ਨਸਲਾਂ ਦੇਸ਼ ਸੇਵਾ ਲਈ ਭੇਜਦੇ ਰਵਾਂਗੇ, ਭਾਵੇਂ ਸਾਡੇ ਨਾਲ ਜਿਹੇ ਜਿਹਾ ਮਰਜ਼ੀ ਵਿਤਕਰਾ ਪੱਖਪਾਤ ਹੁੰਦਾ ਰਹੇ। ਕੈਪਟਨ ਸਾਹਿਬ ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਸੋ ਨਵਤੇਸ਼, ਸਾਡੇ ਵੱਲੋਂ ਵੀ ਤੁਹਾਨੂੰ ਬੈਸਟ ਵਿਸ਼ੇਸ। ਥੈਂਕ ਯੂ ਵੈਰੀ ਮਚ। ਥੈਂਕ ਯੂ। ਬੱਚੇ ਚਾਹ ਨੂੰ ਕਹਿ ਕੇ ਆਇਆ। ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ। ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ। ਧੰਨਵਾਦ। ਬਾਰਿਸ਼ਾਂ ਤੇ ਹੜ੍ਹ ਦੇ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾ ਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ-ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ